सतनाम श्री वाहिगुरु साहिब जी। तनासरी महला पंजवा घर छेवा अष्टपदी। एक ओंकार सतगुर प्रसाद। जो जो जुनी आयो तेह तेह उरजायो। मानस जन्म संजोग पाया ताकी है ओट साध। राखो दे कर हाथ कर कृपा मेलो हर राया। जो जो जुनी आयो तेह तेह उरजायो। मानस जन्म संजोग पाया ताकी है ओट साध। राखो दे कर हाथ कर कृपा मिलो हर राया। अनेक जन्म भ्रम थित नहीं पाई। करो सेवा गुर लागो चरण। गोविंद जी का मार्ग देहो जी बताई। अनेक जन्म भ्रम थित नहीं पाई। करो सेवा गुर लागो चरण। गोविंद जी का मार्ग देहो जी बताई। वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। बेशुमार अथाह अगनत अतोलै। ज्यों बुलावो त्यों नानक दास बोलै। गुरु सवारे खालसा जी। वाहिगुरु जी का खालसा वाहिगुरु जी की फतेह। आप जी वडभागे हो, तंता दे पात्र हो, जो निता प्रति दी तरह ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਨਾਲ ਸ਼ਰ-ਸ਼ਾਰ ਹੁੰਦਿਆਂ जो अज चौथे पातशाह
ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜ਼ਮਤਾਂ ਦੇ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਸਾਨੂੰ ਅੱਜ ਦਾ ਆਵਾਜ਼ਾ ਪ੍ਰਾਪਤ ਹੋਇਆ ਹੈ, ਗੁਰੂ ਅਰਜਨ ਦੇ ਪਿਤਾ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਿਤ ਸਤਿਗੁਰੂ ਤਨਾਸਰੀ ਰਾਗ ਅੰਦਰ ਇਹ ਪਾਵਨ ਸ਼੍ਰੀ ਮੁਖ ਵਾਕ ਸਾਨੂੰ ਬਖਸ਼ਿਸ਼ ਕਰਦੇ ਹਨ, ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 686 87 ਅੰਗ ਤੇ ਦਰਜ ਹੈ। ਸਾਰਿਆਂ ਦੇ ਪਹਿਲੋਂ ਪਰਮੇਸ਼ਰ ਦਾ ਪਰਮਾਤਮਾ ਦਾ ਮੰਗਲ ਦਰਜ ਕੀਤਾ ਗਿਆ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸਾਡੇ ਧਰਮ ਦਾ ਮੂਲ ਮੰਤਰ ਦਾ ਇਹ ਸਭ ਤੋਂ ਇੱਕ ਛੋਟਾ ਆਕਾਰ ਹੈ, ਭਾਵੇਂ ਇਸ ਤੋਂ ਛੋਟਾ ਰੂਪ ਵੀ ਹੈ, ਪਰ ਸਭ ਤੋਂ ਵੱਧ ਇਸ ਰੂਪ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਪੂਰੀ ਸਿੱਖੀ ਦਾ ਮੂਲ ਮੰਤਰ ਸਮਝਾ ਦਿੱਤਾ ਹੈ ਕਿ ਪਰਮਾਤਮਾ ਇੱਕ ਹੈ। ਫਿਰ ਉਹ ਕਿਸੇ ਇੱਕ ਥਾਂ ਤੇ ਨਹੀਂ ਰਹਿੰਦਾ। ਇਸੇ ਕਰਕੇ ਸਿੱਖ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਣ ਵਾਸਤੇ ਉੱਥੇ ਆਪਣੀ ਕਿਰਤ ਕਰਨ ਵਾਸਤੇ ਇਹ ਅਧਿਕਾਰ ਪ੍ਰਾਪਤ ਹੈ। ਸਿੱਖ ਕਿਤੇ ਵੀ ਚਲਾ ਜਾਏ ਉਹ ਕਦੇ ਆਪਣੇ ਪਰਮਾਤਮਾ ਤੋਂ ਦੂਰ ਨਹੀਂ ਹੁੰਦਾ। ਉਹ ਪਰਮਾਤਮਾ ਮਿਲਦਾ ਕੇਵਲ ਗੁਰੂ ਦੀ ਕਿਰਪਾ ਨਾਲ ਹੈ, ਜਿਹਦੇ ਪਰਥਾਏ ਅੱਜ ਦਾ ਇਹ ਸਾਰਾ ਸ਼ਬਦ, ਇਹ ਪੂਰੀ ਅਸ਼ਟਪਦੀ ਔਰ ਇਹਦੇ ਦੋਵੇਂ ਹੀ ਜਿਹੜੇ ਰਹਾਉ ਦੇ ਬੰਦ ਨੇ, ਇਹ ਸਾਡਾ ਮਾਰਗ ਦਰਸ਼ਨ ਕਰਦੇ ਨੇ। ਧਰਮ ਵੇ ਆਫ ਲਾਈਫ ਹੈ। ਇਹ ਜ਼ਿੰਦਗੀ ਨੂੰ ਜਿਉਣ ਦਾ ਸਭ ਤੋਂ ਉੱਤਮ ਰਸਤਾ ਹੈ। ਇੱਕ ਸਵਈਆ ਜਿਸ ਦਾ ਉਚਾਰਨ ਭੱਟ ਕੀਰਤ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਸਤਤ ਵਿੱਚ ਕੀਤਾ, ਔਰ ਮੇਰਾ ਖਿਆਲ ਹੈ ਕਿ ਸਧਾਰਨ ਤੋਂ ਸਧਾਰਨ ਕੋਈ ਆਮ ਥੋੜਾ ਜਿਹਾ ਗੁਰੂ ਘਰ ਦੇ ਨਾਲ ਨਜ਼ਦੀਕੀ ਰੱਖਣ ਵਾਲਾ ਵੀ ਜਿਹੜਾ ਸਿੱਖ ਹੈ, ਉਸ ਨੂੰ ਵੀ ਇਹ ਸਵਈਆ ਜ਼ੁਬਾਨੀ ਕੰਠ ਹੈ। ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਇਹ
ਸਵਈਆ ਰੋਜ਼ ਪੜਿਆ ਜਾਂਦਾ ਹੈ। ਇਹ ਕਿਉਂ ਸ਼ੁਰੂ ਹੋਇਆ ਮੈਨੂੰ ਨਹੀਂ ਪਤਾ, ਕਿਵੇਂ ਸ਼ੁਰੂ ਹੋਇਆ, ਕਿਸ ਨੇ ਸ਼ੁਰੂ ਕੀਤਾ ਮੈਨੂੰ ਨਹੀਂ ਪਤਾ, ਪਰ ਜਿਵੇਂ ਇੱਕ ਸ਼ਬਦ ਅਸੀਂ ਅਰਦਾਸ ਤੋਂ ਪਹਿਲਾਂ ਪੜ੍ਹਦੇ ਹਾਂ, ਉਸੇ ਤਰ੍ਹਾਂ ਇਹ ਸ਼ਬਦ ਵੀ ਬਹੁਤ ਭਾਵਪੂਰਤ ਹੈ। ਜਿਹੜਾ ਅਰਦਾਸ ਤੋਂ ਪਹਿਲਾਂ ਅਸੀਂ ਸ਼ਬਦ ਪੜ੍ਹਦੇ ਹਾਂ, ਉਹਨੂੰ ਵੀ ਜਦੋਂ ਤੁਸੀਂ ਧਿਆਨ ਨਾਲ ਉਹਦੇ ਅਰਥ ਕਰੋਗੇ, ਪੜੋਗੇ, ਤੁਹਾਨੂੰ ਇੰਜ ਲੱਗੇਗਾ ਕਿ ਉਹ ਸ਼ਬਦ ਸਿੱਖ ਦੀ ਅਰਦਾਸ ਦੀ ਜਿਹੜੀ ਸਹੀ ਡਾਇਰੈਕਸ਼ਨ ਹੈ, ਸਹੀ ਦਿਸ਼ਾ ਜਿਹੜੀ ਹੈ, ਉਹ ਨਿਰਧਾਰਿਤ ਕਰਦਾ ਹੈ ਕਿ ਸਿੱਖਾ ਤੂੰ ਅਰਦਾਸ ਵਿੱਚ ਜੁੜਨ ਲੱਗਿਆ ਹੈ, ਆਪਣੀ ਦਿਸ਼ਾ ਠੀਕ ਕਰ ਲੈ, ਕਿਉਂਕਿ ਜਿਹਦੀ ਦਿਸ਼ਾ ਠੀਕ ਨਹੀਂ ਉਹਦੀ ਮੰਜ਼ਿਲ ਕਦੇ ਠੀਕ ਨਹੀਂ ਹੋ ਸਕਦੀ, ਉਹਦਾ ਮੁਕਾਮ ਜਿਹੜਾ ਹੈ ਕਦੇ ਉਸ ਨੂੰ ਪ੍ਰਾਪਤ ਨਹੀਂ ਹੋ ਸਕਦਾ। ਉਹ ਸ਼ਬਦ ਹੈ ਕਿ ਤੂੰ ਠਾਕੁਰ ਤੁਮ ਪੈ ਅਰਦਾਸ। ਮੈਂ ਕਿਸੇ ਹੋਰ ਨੂੰ ਨਹੀਂ ਮੰਨਦਾ, ਪਰਮਾਤਮਾ ਮੈਂ ਤੈਨੂੰ ਠਾਕੁਰ ਮੰਨ ਕੇ, ਆਪਣਾ ਮਾਲਕ ਮੰਨ ਕੇ ਮੈਂ ਤੇਰੇ ਅੱਗੇ ਅਰਦਾਸ ਸ਼ੁਰੂ ਕਰਨ ਲੱਗਿਆ। ਜੀਓ ਪਿੰਡ ਸਭ ਤੇਰੀ ਰਾਸ, ਮੇਰੀ ਜਿੰਦ, ਮੇਰਾ ਸਰੀਰ, ਮੇਰੇ ਘਰ ਦੀ ਕੋਈ ਵੀ ਜਿਹੜੀ ਵਸਤੂ ਪੂੰਜੀ ਹੈ ਉਹ ਤੇਰੀ ਬਖਸ਼ਿਸ਼ ਕੀਤੀ ਹੋਈ ਹੈ। ਤੁਮ ਮਾਤ ਪਿਤਾ, ਮੈਂ ਤੈਨੂੰ ਆਪਣਾ ਜਨਮ ਦੇਣ ਵਾਲਾ ਮਾਤਾ ਪਿਤਾ ਮੰਨਦਾ। ਹਮ ਬਾਰਕ ਤੇਰੇ, ਮੈਂ ਇਸ ਗੱਲ ਨੂੰ ਪ੍ਰਵਾਨ ਕਰਦਾ ਕਿ ਮੈਂ ਤੇਰਾ ਬੱਚਾ ਹਾਂ। ਫਿਰ ਇਹ ਵੀ ਮੈਂ ਮੰਨਦਾ ਕਿ ਤੁਮਰੀ ਕਿਰਪਾ ਮੈਂ ਸੂਖ ਕਨੇਰੇ। ਮੈਂ ਅਰਦਾਸ ਜ਼ਰੂਰ ਕਰਨ ਲੱਗਿਆ, ਪਰ ਤੇਰੀ ਕਿਰਪਾ ਦੇ ਵਿੱਚ ਸੁੱਖ ਪਹਿਲਾਂ ਵੀ ਬਹੁਤ ਨੇ। ਹੁਣ ਜਦੋਂ ਇਹ ਸਾਡੀ ਦਿਸ਼ਾ ਠੀਕ ਹੋਏਗੀ, ਦਸ਼ਾ ਆਪਣੇ ਆਪ ਠੀਕ ਹੋ ਜਾਏਗੀ। ਗੱਲ ਇਹ ਵੀ ਸਾਡੀ ਦਿਸ਼ਾ ਠੀਕ ਨਹੀਂ ਹੈ, ਡਾਇਰੈਕਸ਼ਨ ਠੀਕ ਨਹੀਂ ਹੈ। ਇਹ ਜਦੋਂ ਸਵਈਆ ਪੜਿਆ ਜਾਂਦਾ ਹੈ ਕਿ ਹਮ ਅਵਗੁਣ ਭਰੇ, ਏਕ ਗੁਣ ਨਾਹੀ ਅੰਮ੍ਰਿਤ ਛਾੜ, ਬਿਖੈ ਬਿਖ ਖਾਹੀ। ਅਸੀਂ ਔਗਣਾਂ ਦੇ ਨਾਲ ਭਰੇ ਹੋਏ ਆ, ਔਰ ਇੱਕ ਵੀ ਗੁਣ ਹੋਣ ਦਾ ਦਾਈਆ ਨਹੀਂ ਹੈ ਕਿ ਮੇਰੇ ਵਿੱਚ ਦਇਆ ਹੈ, ਮੇਰੇ ਵਿੱਚ ਧਰਮ ਹੈ, ਮੇਰੇ ਵਿੱਚ ਸੱਤ ਹੈ, ਮੇਰੇ ਵਿੱਚ ਸੰਤੋਖ ਹੈ, ਮੇਰੇ ਵਿੱਚ ਪਿਆਰ ਹੈ। ਜਿੰਨੇ ਦੇਵੀ ਗੁਣ ਨੇ, ਕਿਸੇ ਗੁਣ ਦਾ ਦਾਵਾ ਨਹੀਂ। ਇਹ ਭੱਟ ਕੀਰਤ ਜੀ ਨੇ ਇਸ ਸਵਈਏ ਦਾ ਉਚਾਰਨ ਕੀਤਾ। ਫਿਰ ਅੰਮ੍ਰਿਤ ਛੱਡ ਕੇ ਉਹ ਹਰ ਵਸਤੂ ਜਿਹੜੀ ਆਤਮਿਕ ਜੀਵਨ ਦੇਣ ਵਾਲੀ ਹੈ ਉਹ ਮੈਂ ਛੱਡ ਦਿੱਤੀ ਹੈ। ਵਿਖੈ ਬੇਖਾਹੀ, ਮੈਂ ਜੋ ਕੁਝ ਵੀ ਖਾਧਾ ਹੈ ਉਹ ਮੇਰੀ ਆਤਮਿਕ ਮੌਤ ਵਾਸਤੇ ਇਉਂ ਮਾਨੋ ਇੱਕ ਜ਼ਹਿਰ ਹੈ। ਫਿਰ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤੇਰੇ ਘਰ ਆਉਂਦੇ ਆ, ਤੇਰੇ ਦਰ ਤੇ ਬੈਠਦੇ ਆ, ਮੈਨੂੰ ਇੱਕ ਗੱਲ ਸਮਝ ਆ ਗਈ ਹੈ, ਜਿਹੜਾ ਦੁਨੀਆ ਦਾ ਸ੍ਰੇਸ਼ਟ ਰਸਤਾ ਹੈ, ਮਾਰਗ ਹੈ, ਉਹ ਤੇਰੀ ਸੰਗਤ ਵਾਲਾ ਹੈ। ਫਿਰ ਤਿਹ ਮਿਲੰਤ ਜਮ ਤਰਾਸ ਮਿਟਾਈ, ਮੈਂ ਉਸ ਸੰਗਤ ਵਿੱਚ ਮਿਲ ਕੇ ਇਹਨਾਂ ਸੰਸਾਰਿਕ ਦੁੱਖਾਂ ਦੇ ਤਾਂ ਕੀ, ਭੂਤਾਂ ਪ੍ਰੇਤਾਂ ਦੇ ਤਾਂ ਕੀ,
मैं ते जमां दे दुख भी मिटा दिते ने। अज दा जिहड़ा शब्द है ना, इहदे दो रहाओ दे बंद ने। पहले बंद विच सतगुरु जी समझाउंदे ने, हाँ जी, सतनाम श्री वाहिगुरु साहिब जी। अनेक जन्म भ्रम थित नहीं पाई। अनेकां जन्म बीत गए, टकाना नहीं मिलिया, टकाओ नहीं प्राप्त होया। जूनी तो बाद फिर जूनी, जूनी तो बाद फिर जूनी, जूनी तो बाद फिर जूनी। अनक जन्म भरमत थित नहीं पाई। थित का अर्थ है टिकाऊ। ये भरमन का जिहड़ा टिकाणा है, ये मैनू प्राप्त नहीं होया। बहुत जन्म बिछरे थे माधो। कई जन्मां दी एक खेड है। कई जन्म भै कीट पतंगा, कई जन्म गजमीन कुरंगा, कई जन्म पंखी सरप होयो, कई जन्म हैवर बृख जोयो। हाँ जी, करो सेवा गुर लागो चरण। गोविंद जी का मार्ग देहो जी बताई। करो सेवा। हुण मैं तुहाडी सेवा करदा हां। गुर लागो चरण। गुरु जी, मैं तुहाडे चरण पकड़दा, मैं तुहाडी शरण विच आया। गोविंद जी का मार्ग देहो जी बताई। गोविंद कहंदे ने जिहड़ा धरती दा आसरा है। कि आपां इस गल नूं मनदे हां कि एक हिस्सा धरती है, तीन हिस्से पानी है। हुण माटी बंद रखाया, ये किदां है? ये धरती का टुकड़ा तीन हिस्से पानी दे विच अजे तक गलिया क्यों नहीं? नहीं तो मिट्टी भिज के गल जाती है, खुर जाती है, बैठ जाती है, या गार का रूप बन जाती है, या एक चिकड़ी का रूप धारण कर जाती है। पर किन्ने युग बीत गए, किन्ने हजारां करोड़ां साल बीत गए, अजे तक ऐसा कुछ नहीं होया। इस करके हे गुरु, मैनू वो धरती दे आसरा देण वाले परमात्मा जी का मार्ग दस भी। वो मार्ग केड़ा है? वो केड़ा रस्ता है? जिस रस्ते ते चलीए ते ए तरह पत पवड़ियां चढ़िए होए अकीस, मैं उस परमात्मा नाल एक मिक हो सका। क्योंकि बिना परमात्मा नूं मिलिया दास हमेशा बेनती करदा है, जो समझ आई है आत्मा दे तीन ठिकाने ने। एक है कि जे आत्मा परमात्मा विच अभेद हो जाए, फिर ज्यों जल में जल आए खटाना, त्यों ज्योति संग ज्योत समाना। सूरज किरण मिले, जल का जल हुआ राम, ज्योति ज्योत रली संपूर्ण थी यारा। अगर रब नहीं मिलता तो फिर कोई जूनी मिलनी चाहिए है, भावें कोई त्रिगत जूनी होवे, पशु पंछी दी, कीड़े मकौड़े दी, मनुख दी। पर जे वो भी प्राप्त नहीं हुंदी ते आत्मा प्रेत हो जाती है। ये तीन ही घर ने आत्मा दे, चौथा घर कोई नहीं है। हुण उस परमात्मा नूं मिले तो बिना जिहड़ा असीं 12 माह पाठ पढ़दे हां मांझ राग दे विच, मैं तो अज सोच रहा सी
किसी अदीब का एक कथन कि आगाज तो अच्छा है, अंजाम खुदा जाने। जदों धर्म की गल इस धरती ते शुरू होई, जरूर सोचा गया होएगा भी ये बड़ी चंगी गल है, पर यह की पता सी कि दुनिया पखंडी हो जाएगी, दुनिया वहमी भरमी ते कर्मकांडी हो जाएगी, दुनिया अपना सुख ते चैन धर्म के नां ते गवा बैठेगी। सानू कई बारी लगता है जिहड़े लोग धर्म नूं नहीं मानते वो माड़े ने, बिल्कुल माड़े ने। आपां उन्हां नूं चंगे होण दा सर्टिफिकेट किवें दे सकदे आ? पर मैं बेनती करां, साडे कर्म कांडियां नालों बिल्कुल चंगे ने, क्योंकि साडी जिंदगी दा कोई क्षण ऐसा नहीं जिहदे विच सहज होवे, जिहदे विच खुशी होवे। हर वक्त साडा मन भय भीत रहिंदा है। तुरन लगे कोई पिछों आवाज ना मार दे, बाहर निकले कोई माड़ा आदमी मथे ना लग जाए, किन्नियां कि इस अवस्था दियां आपां व्याख्या करांगे। हुण धर्म शुरू होया सी मनुख नूं परमात्मा नाल मिलाउण वास्ते, पर अज कित्थे पहुंच गए असीं उत्थे पहुंचे आ जिथे शायद वापस मुड़ना बहुत औखा है। मैनू जिस सज्जन ने इस पासे तोरिया सी ना, वो आप किसी थां नूं मनदा सी। जदों दास ने अमृत छकिया, मैं उन्हां दी अपने बजुर्गों के समान, पिता के समान, वड्डे दाने पुरुषों के समान इज्जत करदा सी। मैनूं कहण लगे, सचमुच कहण लगे, पुत्र मेरा रस्ता ठीक नहीं, तैनूं गुरु ने अमृत की दात दिती है ना, तो तू उस रस्ते चला जा। कहंदे मैं जो कुछ भी करदा मेरी मजबूरी है, मैं दीवा नहीं जगावांगा, मैं इत्थे चौंकी नहीं भरांगा। कहण लगा जो कुछ बाहर खड़ा है ना सारा कुछ खत्म हो जाएगा। और ये भूत प्रेत करदे भी इहो कुछ ही ने। एक गुरु है जिहड़ा सबना दा भला मनाएदा। कदे आप जी ने सुनिया कि गुरु ने औरंगजेब नूं श्राप दिता है, गुरु ने जहांगीर नूं श्राप दिता है, गुरु ने चंदू नूं श्राप दिता है? मेरा सतगुरु कदे किसी का माड़ा ना करदा है ना सोचदा है, और ना ही कि उन्हें अपने सिख नूं ये रस्ता दस्या है। जिहड़ा रस्ता धर्म का सानू प्राप्त होया है, धर्म है ही केवल इस वास्ते सी कि आदमी परमात्मा नाल अभेद हो सकता। अज का शब्द भी इहो ही है। गुरु अर्जन देव पिता महाराज पहले रहाओ दे बंद विच ये बेनती करते ने, 8 पदे ने, इस अष्टपदी दे 8 बंद ने, और अखीर विच रहाओ दूजा जेड़ा है उत्थे जाके मेरे सतगुरु कहंदे ने सफल सफल भई सफल यात्रा। ये यात्रा सफल हो गई। आमन जान रहे मिल साधा, ये आना ते जाना मुक गया। किवें? कहंदे जदों गुरु का मिलाप हो गया। गुरु की प्राप्ति ही इस गल की सब तो वड्डी बख्शिश है। हुण पढ़ी इहो ही जाने आ कि जैसा सतगुर सुनी दा तैसो ही मैं डीठ, विछड़िया
ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ, ਉਹ ਤੇ ਰੱਬ ਦੀ ਦਰਗਾਹ ਦਾ ਵਕੀਲ ਹੈ। ਉਹ ਸਾਨੂੰ ਪਰਮਾਤਮਾ ਨਾਲ ਮਿਲਾਏਗਾ। ਤੇ ਕਰਦਾ ਕੀ ਹੈ? ਹਰ ਨਾਮੋ ਮੰਤਰ ਦਰੜਾਏਂਦਾ। ਤੇ ਫਿਰ ਕੀ ਹੁੰਦਾ ਹੈ? ਕੱਟੇ ਹਉਮੈ ਰੋਗ। ਪਰ ਇਹ ਜ਼ਰੂਰ ਚੇਤਾ ਰੱਖਣਾ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨੇ ਧੁਰੇ ਪਿਆ ਸੰਜੋਗ। ਜਿਨ੍ਹਾਂ ਧੁਰੇ ਪਿਆ ਸੰਜੋਗ, ਇਹ ਸੱਚਾ ਗੁਰੂ ਸਾਰਿਆਂ ਨੂੰ ਨਹੀਂ ਜੇ ਮਿਲਦਾ। ਮੈਂ ਥਾਂ ਪਰ ਥਾਂ ਉਸ ਦਿਨ ਤੋਂ ਬਾਅਦ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਦਿੱਲੀ ਮਾਡਲ ਟਾਊਨ ਇੱਕ ਪਰਿਵਾਰ ਵਿੱਚ ਦਾਸ ਵੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਅਸੀਂ ਲੰਗਰ ਛਕਣ ਲੱਗੇ ਹਾਂ।